ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਸਲੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਮੰਕਨਦੀਪ ਸਿੰਘ ਵੱਲੋਂ ਨਿੱਘਾ ਜੀ ਆਇਆਂ ਨੂੰ। ਕੌਮ ਦੇ ਹੀਰੇ ਦੇ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਜਿਸ ਸਿੱਖ ਕੌਮ ਦੇ ਹੀਰੇ ਦਾ ਸੰਖੇਪ ਇਤਿਹਾਸ ਤੁਹਾਡੇ ਵਿੱਚ ਲੈ ਕੇ ਆ ਰਹੇ ਹਾਂ, ਉਸ ਹੀਰੇ ਨੂੰ ਇਤਿਹਾਸ ਸਰਦਾਰ ਲਹਿਣਾ ਸਿੰਘ ਮਜੀਠੀਆ ਦੇ ਨਾਮ ਨਾਲ ਜਾਣਦਾ ਹੈ। ਲਹਿਣਾ ਸਿੰਘ ਮਜੀਠੀਆ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਇੱਕ ਦਰਬਾਰ ਦੇ ਹੀਰੇ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀ। ਲਹਿਣਾ ਸਿੰਘ ਮਜੀਠੀਆ ਦੇ ਬਾਰੇ ਗੱਲ ਕਰਨ ਤੋਂ ਪਹਿਲੇ ਅਸੀਂ ਜ਼ਰਾ ਇੱਕ ਝਾਤ ਉਹਨਾਂ ਦੇ ਪਰਿਵਾਰਿਕ ਪਿਛੋਕੜ ਵੱਲ ਮਾਰ ਲੈਂਦੇ ਹਾਂ। ਲਹਿਣਾ ਸਿੰਘ ਮਜੀਠੀਆ ਇੱਕ ਯੋਧਾ ਪਰਿਵਾਰ ਨਾਲ ਤਾਲੁਕ ਰੱਖਦੇ ਸਨ ਅਤੇ ਉਹਨਾਂ ਦੇ ਪਿਤਾ ਸਰਦਾਰ ਦੇਸਾ ਸਿੰਘ ਮਜੀਠੀਆ ਵੀ ਇੱਕ ਯੋਧਾ ਹੋਇਆ ਕਰਦੇ ਸੀ। ਸਰਦਾਰ ਦੇਸਾ ਸਿੰਘ ਮਜੀਠੀਆ ਉਹ ਯੋਧਾ ਸੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਾਂਗੜਾ ਦੇ ਯੁੱਧ ਦੇ ਵਿੱਚ ਲੜਾਈ ਕੀਤੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਦੇਸਾ ਸਿੰਘ ਮਜੀਠੀਆ ਨੂੰ ਕਾਂਗੜਾ ਇਲਾਕੇ ਦਾ ਕਮਾਂਡੈਂਟ ਯਾਨੀ ਇੰਚਾਰਜ ਅਪਾਇੰਟ ਕਰ ਦਿੱਤਾ। ਉਸ ਅਪਾਇੰਟਮੈਂਟ ਦੇ ਬਾਅਦ ਜਦੋਂ ਕਾਂਗੜਾ ਜ਼ਿਲ੍ਹੇ ਇਲਾਕੇ ਦੀ ਸਾਰੀ ਬਾਗਦੌੜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਰਦਾਰ ਦੇਸਾ ਸਿੰਘ ਮਜੀਠੀਆ ਦੇ ਹੱਥ 'ਚ ਆਈ, ਉਹਦੇ ਬਾਅਦ ਦੇਸਾ ਸਿੰਘ ਜੀ ਨੇ ਚੰਬਾ, ਨੂਰਪੁਰ, ਕੋਟਲਾ, ਸ਼ਾਹਪੁਰ, ਮੰਡੀ, ਸਿੱਬਾ, ਕੁੱਲੂ ਅਤੇ ਦਤਾਰਪੁਰ ਦੀਆਂ ਰਿਆਸਤਾਂ ਵੀ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ ਜੋੜ ਦਿੱਤੀਆਂ। ਦੇਸਾ ਸਿੰਘ ਮਜੀਠੀਆ ਜੀ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਸਨ 1811 ਦੇ ਵਿੱਚ ਕੋਟਲਾ ਦਾ ਯੁੱਧ ਜਿੱਤ ਕੇ ਪੂਰੇ ਕਾਂਗੜਾ ਦੇ ਉੱਤੇ, ਕਾਂਗੜਾ ਦੀਆਂ ਜਿੰਨੀਆਂ ਵੀ ਪਹਾੜੀ ਰਿਆਸਤਾਂ ਸੀ ਉਹਨਾਂ ਸਾਰਿਆਂ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਿੱਖ ਰਾਜ ਸਥਾਪਿਤ ਕਰ ਦਿੱਤਾ, ਜਿਸ ਕਰਕੇ ਕਾਂਗੜਾ ਦੇ ਕਿਲੇ ਤੇ ਵੀ ਕਬਜ਼ਾ ਸਥਾਪਿਤ ਕੀਤਾ ਜਾ ਸਕਿਆ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਫੌਜਾਂ ਕਾਂਗੜਾ ਦੇ ਕਿਲੇ ਉੱਤੇ ਕਾਬਿਜ਼ ਹੋਈਆਂ। ਦੇਸਾ ਸਿੰਘ ਮਜੀਠੀਆ ਜੋ ਕਿ ਸਰਦਾਰ ਲਹਿਣਾ ਸਿੰਘ ਮਜੀਠੀਆ ਜੀ ਦੇ ਪਿਤਾ ਜੀ ਸੀ, ਉਹਨਾਂ ਨੂੰ ਹੀ ਪਹਾੜ ਬਾਦਸ਼ਾਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਹੁਣ ਅਸੀਂ ਗੱਲ ਕਰਦੇ ਹਾਂ ਸਰਦਾਰ ਲਹਿਣਾ ਸਿੰਘ ਮਜੀਠੀਆ ਦੀ। ਇਹ ਇੱਕ ਉਹਨਾਂ ਦੇ ਪਰਿਵਾਰਿਕ ਪਿਛੋਕੜ ਸੀ। ਇਤਿਹਾਸ ਦੇ ਕਿਸੇ ਵੀ ਸਰੋਤ ਦੇ ਵਿੱਚ ਸਰਦਾਰ ਲਹਿਣਾ ਸਿੰਘ ਮਜੀਠੀਆ ਜੀ ਦਾ ਜਨਮ ਦੀ ਤਾਰੀਖ ਜਾਂ ਸਾਲ ਮੌਜੂਦ ਨਹੀਂ ਹੈ, ਕਿਉਂਕਿ ਲਹਿਣਾ ਸਿੰਘ ਮਜੀਠੀਆ ਇੱਕ ਉਹ ਕੌਮ ਦਾ ਹੀਰਾ ਹੈ ਜਿਸ ਨੂੰ ਸਮੇਂ ਨਾਲ ਭੁਲਾ ਦਿੱਤਾ ਗਿਆ ਅਤੇ ਕਿਸੇ ਵੀ ਇਤਿਹਾਸਕਾਰ ਨੇ ਸਨ 1700 ਦੀ ਸਦੀ ਦੇ ਅੰਤ ਦੇ ਜਦੋਂ ਸਰਦਾਰ ਲਹਿਣਾ ਸਿੰਘ ਮਜੀਠੀਆ ਜੀ ਦਾ ਜਨਮ ਹੋਇਆ, ਉਸ ਸਮੇਂ ਦੀ ਇਤਿਹਾਸ ਲਿਖਦਿਆਂ ਲਹਿਣਾ ਸਿੰਘ ਮਜੀਠੀਆ ਜੀ ਦੇ ਜਨਮ ਦੇ ਕੋਈ ਸਾਖਸ਼ਾਤਕਾਰ ਜਾਂ ਕੋਈ ਵੀ ਤੱਥ ਨਹੀਂ ਲਿਖਿਆ। ਸਰਦਾਰ ਲਹਿਣਾ ਸਿੰਘ ਮਜੀਠੀਆ ਉਹ ਸ਼ਖਸੀਅਤ ਸੀ ਜਿਸ ਨੂੰ ਅਸੀਂ ਸਿੱਖ ਇਤਿਹਾਸ ਦੇ ਵਿੱਚ ਜਾਂ ਅਸੀਂ ਕਹੀਏ ਕਿ ਹਿੰਦੁਸਤਾਨੀ ਇੰਡੀਅਨ ਇਤਿਹਾਸ ਦੇ ਵਿੱਚ ਪਹਿਲੇ ਸਾਇੰਟਿਸਟ ਦੇ ਤੌਰ ਤੇ ਵੀ ਜਾਣ ਸਕਦੇ ਹਾਂ, ਕਿਉਂਕਿ ਸਰਦਾਰ ਲਹਿਣਾ ਸਿੰਘ ਮਜੀਠੀਆ ਤੋਂ ਪਹਿਲੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕੋਈ ਵੀ ਐਸਾ ਯੋਧਾ ਜਾਂ ਕੋਈ ਵੀ ਐਸੀ ਸ਼ਖਸੀਅਤ ਨੇ ਜਨਮ ਨਹੀਂ ਲਿਆ ਸੀ ਜਿਨ੍ਹਾਂ ਕੋਈ ਨਵੀਆਂ ਖੋਜਾਂ ਕਰਕੇ ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਜਾਂ ਦੁਨੀਆ ਦੇ ਲੋਕਾਂ ਨੂੰ ਕੁਝ ਸਹੂਲਤਾਂ ਦਿੱਤੀਆਂ ਹੋਣ। ਜਦੋਂ ਲਹਿਣਾ ਸਿੰਘ ਮਜੀਠੀਆ ਜੀ ਨੇ ਆਪਣੀ ਹੋਸ਼ ਸੰਭਾਲੀ, ਉਹਨਾਂ ਨੇ ਸਾਇੰਸ ਵੱਲ, ਮੈਥਮੈਟਿਕਸ ਵੱਲ ਆਪਣਾ ਰੁਝਾਨ ਰੱਖਿਆ ਅਤੇ ਕੈਲਕੂਲੇਸ਼ਨਸ ਵਿੱਚ ਉਹਨਾਂ ਦਾ ਦਿਮਾਗ ਬਹੁਤ ਤੇਜ਼ ਸੀ, ਜਿਸ ਕਰਕੇ ਉਹ ਇਨਵੈਂਸ਼ਨਸ ਕਰਨ ਵਿੱਚ ਬੜੇ ਕਾਮਯਾਬ ਨਿਕਲੇ। ਇਹ ਤੇ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੇ ਸਾਇੰਟੀਫਿਕ ਜੀਵਨ ਦੀ, ਪਰ ਅਸੀਂ ਉਹਨਾਂ ਦੇ ਵਿਗਿਆਨਿਕ ਜੀਵਨ ਤੋਂ ਪਹਿਲੇ ਇੱਕ ਯੋਧਾ ਦੇ ਰੂਪ ਵਿੱਚ ਉਹਨਾਂ ਦਾ ਜੋ ਜੀਵਨ ਸੀ ਉਹਦੇ ਬਾਰੇ ਵੀ ਥੋੜੀ ਜਿਹੀ ਝਾਤ ਮਾਰ ਲੈਂਦੇ ਹਾਂ। ਸਰਦਾਰ ਲਹਿਣਾ ਸਿੰਘ ਮਜੀਠੀਆ ਦੇ ਮਦਦ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੀ ਜੰਗ ਜਿੱਤੀ, ਜਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੇਟੇ ਖੜਕ ਸਿੰਘ ਵੀ ਹਿੱਸੇਦਾਰੀ ਪਾ ਰਹੇ ਸਨ। ਮੁਲਤਾਨ ਦੀ ਜੰਗ ਜਿੱਤਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਖੁਸ਼ ਹੋ ਕੇ
ਲਹਿਣਾ ਸਿੰਘ ਮਜੀਠੀਆ ਤੇ ਉਹਨਾਂ ਦੇ ਪਰਿਵਾਰ ਨੂੰ ਮਜੀਠਾ, ਖੁਦਪੁਰ, ਤਿਲੋਕਨਾਥ, ਹਰੀਕੀ, ਨੌਸ਼ਹਿਰਾ, ਨਾਂਗਲੀ ਤੇ ਜ਼ਮਾਨਾਬਾਦ ਦੀ ਜਾਗੀਰਾਂ ਇਨਾਮ ਵਿੱਚ ਦਿੱਤੀਆਂ, ਜਿਸ ਤੋਂ ਸਾਲਾਨਾ 1,24,250 ਰੁਪਏ ਦੀ ਜਾਗੀਰ ਸਰਦਾਰ ਲਹਿਣਾ ਸਿੰਘ ਮਜੀਠੀਆ ਦੇ ਪਰਿਵਾਰ ਨੂੰ ਆਉਂਦੀ ਸੀ। ਸਿਰਫ ਇਹ ਨਹੀਂ, ਲਹਿਣਾ ਸਿੰਘ ਮਜੀਠੀਆ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੈਨਾ ਦੇ ਵਿੱਚ 2 ਬਟਾਲੀਅਨਸ ਦੇ ਇੰਚਾਰਜਸ਼ਿਪ यानी कि नैतिकता संभाली हुई सी, जिस दे विच उन्हां दे अंडर तकरीबन 1500 घोड़सवार सेना दे विच सीगा, जिसनूं कल्ले लैणा सिंह मजीठिया इंस्ट्रक्ट करदे सी अते चलांदे सी। लैणा सिंह मजीठिया नूं महाराजा रणजीत सिंह दे दरबार दे विच साहिबे कदर दे नाम नाल भी जाणिया जांदा सी, जिस दा मतलब हुंदा है अज दा विग्यानी, क्योंकि सरदार लैणा सिंह मजीठिया उस समय दे एक इकलौते ऐसे शख्सियत सी, इस तरह दे योद्धा सी जो नवीं नवीं खोजा करने विच भी जिन्हां दा रुझान रहिंदा सी। इस करके उन्हां नूं उस समय अज दे विग्यानी यानी साहिबे कदर दे नाम नाल भी जाणिया जांदा सी। सरदार लैणा सिंह मजीठिया महाराजा रणजीत सिंह जी दे राज दे विच एक कहा जाता है, कुछ इतिहासिक स्रोत दसते हैं कि लाहौर के गवर्नर रहे, पर कुछ इतिहासिक स्रोत इस तरीके नाल भी दसते हैं कि सन 1767 तो लैके सन 1799 तक तकरीबन 32 साल सिख राज स्थापित होने तो पहले सरदार लैणा सिंह मजीठिया लाहौर के गवर्नर रहे अते उन्हां दे नाल 2 गवर्नर होर लाहौर ते राज करिया करते सन। लैणा सिंह मजीठिया ही वो शख्सियत हैं जिन्हां ने महाराजा रणजीत सिंह जी दे रिक्वेस्ट करन ते दरखास्त किते जाण ते उस समय दे कैलेंडर दे विच शोध करके दिनां नूं महीनिਆਂ ਦੇ ਵਿੱਚ ਅਤੇ ਤਾਰੀਖਾਂ ਦੇ ਵਿੱਚ ਬਦਲਿਆ। जो कैलेंडर ਅਸੀਂ ਅੱਜ ਵੀ ਇਸਤੇਮਾਲ ਕਰਦੇ ਹਾਂ ਉਸ ਦੀ ਸ਼ੁਰੂਆਤ सरदार लैणा सिंह मजीठिया ਦੇ खोजे हुए कैलेंडर तो ही हुई सी, जो एक होर साडे सिख जगत के लोगों वास्ते बहुत खुशी की गल है। जदों महाराजा रणजीत सिंह जी ने सिंगल बैरल गन अंग्रेज़ों द्वारा बनाई हुई देखी तो उस तरह की ही कोई बंदूक या कोई हथियार सरदार लैणा सिंह मजीठिया नूं तैयार करने वास्ते आदेश दिता, जिस दे उत्ते काम करते हुए सरदार लैणा सिंह मजीठिया जी ने दुनिया की पहली ट्रिपल बैरल गन तैयार की। इस ट्रिपल बैरल गन दे विचों 3 गोलियां एक समय ते इकट्ठियां चलदियां सन। हालांकि जेड़ी बंदूक नूं देख के महाराजा रणजीत सिंह जी ने सरदार लैणा सिंह मजीठिया नूं बंदूक तैयार करन लई कहा सी, वो सिंगल बैरल गन सी, जिस दे विचों एक समय ते सिर्फ एक गोली चलाई जा सकती सी। लेकिन उस वर्गी बंदूक तैयार करते हुए दुनिया की पहली ट्रिपल बैरल गन सरदार मजीठिया जी ने तैयार करती, जिस दे विचों जंग लड़दियां एक समय ते 3 गोलियां चलाइयां जा सकदियां सन। सरदार लैणा सिंह मजीठिया ही वो शख्सियत सी जिन्हां ने सूरजमुखी तोप महाराजा रणजीत सिंह जी की फौज वास्ते तैयार की सी। महाराजा रणजीत सिंह जी की फौज के वास्ते तैयार की यह सूरजमुखी तोप बारे असी थोड़ा जिहा तुहानूं दस दईए। तोपां उस समय दे विच सिर्फ अंग्रेज़ां दीयां फौजां इस्तेमाल करदियां सी। ਜਿਹੜੀਆਂ तोपां अंग्रेज़ां दीयां फौजां इस्तेमाल करदियां सी, उस तोप चों एक गोला दागण तो बाद उस तोप की बैरल गर्म हो जाती सी, जिन्हों रेत ठंडी रेत या पानी दे नाल ठंडा करना पैंदा सी ताकि अगला गोला दागिया जा सके। लेकिन सरदार लैणा सिंह मजीठिया ने महाराजा रणजीत सिंह की फौज वास्ते ऐसी तोप तैयार की जिसकी बैरल स्टेनलैस स्टील की सी अते उसका नाम सूरजमुखी सी। उस तोप दे विचों लगातार कई गोले दागे जा सकते सी अते उसकी बैरल गर्म नहीं सी हुंदी। जिस इन्वेंशन नूं, जिस खोज नूं देख के
ਜਦੋਂ ਅੰਗਰੇਜ਼ਾਂ ਨੇ ਸਿੱਖਾਂ ਤੇ ਹਮਲਾ ਕੀਤਾ ਸੀ, ਸਿੱਖ ਰਾਜ ਦੇ ਉੱਤੇ, ਤੇ ਬੜੇ ਹੈਰਾਨ ਹੋਏ ਸੀ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਸਮੇਂ ਦੇ ਅੰਗਰੇਜ਼ਾਂ ਦੇ ਕਮਾਂਡੈਂਟ ਨੇ ਆਪਣੇ ਡਿਪਟੀ ਕਮਾਂਡੈਂਟ ਨੂੰ ਇਹ ਕਿਹਾ ਸੀ ਕਿ ਸਾਨੂੰ ਫੌਜ ਨਾਲ ਲੜਨ ਤੋਂ ਜ਼ਿਆਦਾ ਸੂਰਜਮੁਖੀ ਤੋਪ ਨਾਲ ਲੜਨ ਦੀ ਤਿਆਰੀ ਕਰਨੀ ਪਏਗੀ। ਸਰਦਾਰ ਲਹਿਣਾ ਸਿੰਘ ਮਜੀਠੀਆ ਹੀ ਉਹ ਵਿਗਿਆਨੀ ਸੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਲਈ ਜਬਰ ਜੰਗ ਤੋਪ, ਫਤਿਹ ਜੰਗ ਤੋਪ, ਜੰਗੇ ਬਿਜਲੀ ਤੋਪ ਅਤੇ ਜ਼ਫਰ ਜੰਗ ਤੋਪ ਤਿਆਰ ਕੀਤੀ। ਇਹਨਾਂ ਤੋਪਾਂ ਨੂੰ ਵੀ ਅੰਗਰੇਜ਼ਾਂ ਨੇ ਅਤੇ ਬਾਕੀ ਸਾਰੀ ਦੁਨੀਆ ਨੇ ਇੱਕ ਨਵੀਂ ਹੀ ਖੋਜ ਦੀ ਤਰ੍ਹਾਂ ਦੇਖਿਆ, ਕਿਉਂਕਿ ਇਹ ਤੋਪਾਂ ਵੀ ਬਾਕੀ ਪਹਿਲੇ ਦੀਆਂ ਚਲਦੀਆਂ ਤੋਪਾਂ ਨਾਲੋਂ ਹਟ ਕੇ ਸੀ। ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ, ਜਿਵੇਂ ਅੱਜ ਦੇ ਜ਼ਮਾਨੇ ਦੇ ਵਿੱਚ ਅਸੀਂ ਡਿਸਪੋਜ਼ੇਬਲ ਭਾਂਡੇ ਇਸਤੇਮਾਲ ਕਰਦੇ ਹਾਂ, ਇੱਕ ਵਾਰੀ ਚਾਹ ਪੀਤੀ ਤੇ ਕੱਪ ਸੁੱਟ ਦਿੱਤਾ, ਇੱਕ ਵਾਰੀ ਰੋਟੀ ਖਾਈ ਤੇ ਪੱਤਲ ਤੇ ਪਲੇਟ ਸੁੱਟ ਦਿੱਤੀ, ਉਸ ਤਰ੍ਹਾਂ ਹੀ ਡਿਸਪੋਜ਼ੇਬਲ ਚੀਜ਼ਾਂ ਇਸਤੇਮਾਲ ਵਾਸਤੇ ਬਣਾਉਣ ਦੀ ਸ਼ੁਰੂਆਤ ਵੀ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਕੀਤੀ। ਔਰ ਉਹ ਸ਼ੁਰੂਆਤ ਸੀ ਡਿਸਪੋਜ਼ੇਬਲ ਤੋਪ ਬਣਾਉਣ ਨਾਲ, ਕਿਉਂਕਿ ਪਹਾੜੀ ਰਾਜਿਆਂ ਨਾਲ ਲੜਨ ਵਾਸਤੇ ਭਾਰੀ ਤੋਪਾਂ ਲੈ ਕੇ ਪਹਾੜਾਂ ਤੇ ਚੜ੍ਹਦਿਆਂ ਬਹੁਤ ਸਮੇਂ ਬਰਬਾਦ ਹੋ ਜਾਇਆ ਕਰਦਾ ਸੀ। ਇਸ ਕਰਕੇ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਇੱਕ ਐਸੀ ਖੋਜ ਕੀਤੀ ਜਿਸ ਦੇ ਵਿੱਚ ਚਮੜੇ ਦੀ ਬਣੀ ਹੋਈ ਬੈਰਲ ਦੀ ਤੋਪਾਂ ਇਸਤੇਮਾਲ ਕੀਤੀਆਂ ਜਾਂਦੀਆਂ ਸੀ, ਜੋ ਕਿ ਬਹੁਤ ਹੀ ਹਲਕੇ ਵਜ਼ਨ ਦੀਆਂ ਹੁੰਦੀਆਂ ਸੀ। ਦੋ ਫੌਜੀ ਮੋਢੇ ਦੇ ਉੱਤੇ ਰੱਖ ਕੇ ਆਰਾਮ ਨਾਲ ਉਸ ਨੂੰ ਪਹਾੜ ਦੇ ਉੱਤੇ ਚੜਾ ਲੈਂਦੇ ਸੀ ਅਤੇ ਉਹ ਤੋਪਾਂ ਜੋ ਚਮੜੇ ਦੀਆਂ ਬਣਾਈਆਂ ਜਾਂਦੀਆਂ ਸੀ ਸਿਰਫ ਇੱਕ ਵਾਰੀ ਇਸਤੇਮਾਲ ਕਰਕੇ ਸੁੱਟ ਦਿੱਤੀਆਂ ਜਾਂਦੀਆਂ ਸੀ। ਲੇਕਿਨ ਉਹ ਤੋਪਾਂ ਇਤਨੀਆਂ ਕਾਮਯਾਬ ਸੀ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੰਮੂ ਦੀ ਜੰਗ ਲੜੀ, ਤਿੱਬਤ ਦੀ ਜੰਗ ਲੜੀ ਅਤੇ ਲੱਦਾਖ ਦੀ ਜੰਗ ਲੜੀ, ਇਹ ਤਿੰਨੋਂ ਪਹਾੜੀ ਇਲਾਕਿਆਂ ਤੇ ਜੰਗ ਜਿੱਤ ਕੇ ਰਾਜ ਸਥਾਪਿਤ ਕਰਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੈਨਾ ਦੇ ਨਾਲ ਸਰਦਾਰ ਲਹਿਣਾ ਸਿੰਘ ਮਜੀਠੀਆ ਦੀ ਬਣਾਈ ਹੋਈ ਡਿਸਪੋਜ਼ੇਬਲ ਯਾਨੀ ਚਮੜੇ ਦੀ ਤੋਪਾਂ ਦਾ ਇੱਕ ਬਹੁਤ ਵੱਡਾ ਰੋਲ ਸੀਗਾ। ਇਸ ਸਾਰੀਆਂ ਖੋਜਾਂ ਤੋਂ ਇਲਾਵਾ ਸਰਦਾਰ ਲਹਿਣਾ ਸਿੰਘ ਮਜੀਠੀਆ ਜੀ ਨੇ ਇੱਕ ਚਾਂਦ ਦੇ ਆਕਾਰ ਦੀ ਕੜੀ ਵੀ ਤਿਆਰ ਕੀਤੀ ਸੀ, ਜਿਸ ਦੀ ਮਦਦ ਨਾਲ ਸਮੇਂ ਨੂੰ ਚਾਂਦ ਦੇ ਘਟਦੇ ਤੇ ਵੱਧਦੇ ਪਹਿਰਾਂ ਦੇ ਵਿੱਚ ਨਾਪਿਆ ਜਾ ਸਕਦਾ ਸੀ ਕਿ ਚਾਂਦ ਕਿੰਨੇ ਪਹਿਰ ਘਟ ਗਿਆ ਹੈ ਅਤੇ ਕਿੰਨੇ ਪਹਿਰ ਵੱਧ ਗਿਆ ਹੈ, ਜਿਸ ਤੋਂ ਦਿਨ ਡੁੱਬਣ ਤੇ ਦਿਨ ਚੜ੍ਹਨ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ। ਇਹਨਾਂ ਸਾਰੀਆਂ ਖੋਜਾਂ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਦਰਬਾਰ ਦੇ ਵਿੱਚ ਲਹਿਣਾ ਸਿੰਘ ਮਜੀਠੀਆ ਜੀ ਨੂੰ ਕੈਸਾਰ ਉਲ ਇਕਤਦਤ ਹੈਜ਼ਾਮ ਉਲ ਦੌਲਾ ਦਾ ਟਾਈਟਲ ਵੀ ਦਿੱਤਾ, ਜੋ ਕਿ ਇੱਕ ਬਹੁਤ ਹੀ ਇੱਜ਼ਤ ਨਵਾਜ਼ਿਸ਼ ਦਾ ਟਾਈਟਲ ਉਸ ਸਮੇਂ ਮੰਨਿਆ ਜਾਂਦਾ ਸੀ। ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਕਈ ਜਗ੍ਹਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਵੀ ਮੰਨਿਆ ਹੈ ਕਿ ਅਗਰ ਸਿੱਖ ਰਾਜ, ਖਾਲਸਾ ਰਾਜ ਇੰਨੀ ਦੂਰ ਤੱਕ ਸਥਾਪਿਤ ਕੀਤਾ ਜਾ ਸਕਿਆ ਹੈ ਤੇ ਉਹ ਹਰੀ ਸਿੰਘ ਨਲਵਾ ਦੀ ਬਹਾਦਰੀ ਤੇ ਲਹਿਣਾ ਸਿੰਘ ਮਜੀਠੀਆ ਦੀ ਖੋਜਾਂ ਦੇ ਕਾਰਨ ਹੀ ਕੀਤਾ ਜਾ ਸਕਿਆ ਹੈ, ਜੋ ਕਿ ਸਰਦਾਰ ਲਹਿਣਾ ਸਿੰਘ ਮਜੀਠੀਆ ਜੀ ਦੀ ਸ਼ਾਨ ਦੇ ਵਿੱਚ ਇੱਕ ਬਹੁਤ ਵੱਡਾ ਟਾਈਟਲ ਹੈ, ਇੱਕ ਬਹੁਤ ਵੱਡੀ ਇੱਜ਼ਤ ਨਵਾਜ਼ਿਸ਼ ਹੈ। ਇਹ ਸਭ ਤੇ ਹੋਈ ਗੱਲ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ, ਖਾਲਸਾ ਰਾਜ, ਸਿੱਖ ਰਾਜ ਪੰਜਾਬ ਉੱਤੇ ਹੋਇਆ ਕਰਦਾ ਸੀ। ਪਰ ਸਮੇਂ ਦੇ ਨਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕਰ ਗਏ, ਉਸ ਤੋਂ ਬਾਅਦ ਅੰਗਰੇਜ਼ ਫੌਜਾਂ ਨੇ ਸਾਜ਼ਿਸ਼ਾਂ ਰਚ ਕੇ ਆਪਸ ਦੇ ਵਿੱਚ ਸਿੱਖਾਂ ਨੂੰ ਲੜਵਾ ਕੇ ਜਦੋਂ ਸਨ 1844 ਦੇ ਵਿੱਚ ਲਾਹੌਰ ਤੇ ਕੈਪੇਬਲ ਲਾਰੈਂਸ ਨਾਮ ਦਾ ਕਮਾਂਡੈਂਟ ਰਾਜ ਸਥਾਪਿਤ ਕਰਨ ਵਿੱਚ ਕਾਮਯਾਬ ਹੋ ਗਿਆ, ਉਸ ਤੋਂ ਬਾਅਦ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਮੰਨਦੇ ਹੋਏ ਸਰਦਾਰ ਲਹਿਣਾ ਸਿੰਘ ਮਜੀਠੀਆ ਜੀ ਪੰਜਾਬ ਛੋੜ ਕੇ ਹਰਿਦੁਆਰ ਚਲੇ ਗਏ ਤੇ ਹਰਿਦੁਆਰ ਤੋਂ ਅੱਗੇ ਬਨਾਰਸ ਦੇ ਵਿੱਚ ਉਹਨਾਂ ਨੇ ਇੱਕ ਆਪਣਾ ਨਵਾਂ ਘਰ ਬਣਾ ਲਿਆ, ਜਿੱਥੇ ਜਾ ਕੇ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ ਔਰ ਉੱਥੇ ਰਹਿ ਕੇ ਰੱਬ ਦੀ, ਈਸ਼ਵਰ ਦੀ, ਭਗਵਾਨ ਦੀ ਇਬਾਦਤ ਦੇ ਵਿੱਚ ਆਪਣਾ ਸਾਰਾ ਸਮੇਂ ਬਿਤਾਉਣ ਲੱਗ ਪਏ। ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਬਨਾਰਸ ਤੋਂ
लैणा सिंह मजीठिया कलकत्ता भी कुछ समय वास्ते गए और उस तो बाद वापस बनारस आ गए। लेकिन क्योंकि लैणा सिंह मजीठिया ਦੀਆਂ खोजां इस हद तक पछाणियां ਜਾਂਦੀਆਂ ਸਨ कि ਉਹਦੀ ਵਾਹਵਾਈ अंग्रेज़ों तक भी सी, जिस करके लाहौर ਦੇ नवें स्थापित गवर्नर ने लैणा सिंह मजीठिया की एक ज़रूरत समझते हुए लैणा सिंह मजीठिया नूं सन 1846 ਦੇ ਵਿੱਚ वापस लै आंदा ਅਤੇ अपनी जिहड़ी गवर्निंग काउंसिल सी जो लाहौर तो पंजाब का राज चलाया करती सी, उस गवर्निंग काउंसिल ਦੇ ਵਿੱਚ एक मैंबर ले लिया, जिस दे नाल लैणा सिंह मजीठिया ਦੀ सूझबीनता ਅਤੇ ਸਿਆਣਪ ਦਾ सूझबूझ ਦਾ इस्तेमाल करके पंजाब ਦੇ ਵਿੱਚ राज चलाया ਜਾਂਦਾ ਸੀ। ਇਹ ਵੀ ਦੱਸਿਆ ਜਾਂਦਾ ਹੈ कि अंग्रेज़ों के राज के समय जदों कैपेबल लॉरेंस पंजाब ਨੂੰ चलाया करते सी, उस समय रॉबरी यानी लुटपाट ਅਤੇ मर्डर यानी कतल की सिर्फ एक सज़ा होया करती सी जो सज़ाए मौत होया करती सी। लेकिन हिंदुस्तान के इतिहास के विच सज़ाए मौत की खिलाफत हुकूमत के सामने करन वाले पहली शख्सियत भी लैणा सिंह मजीठिया ही सी। वही सी जिन्हां ने इतिहास के विच सब तो पहले अंग्रेज़ हुकूमत के अगे सज़ाए मौत के खिलाफ आवाज़ चुकी सी। लैणा सिंह मजीठिया के भरा रणजोत सिंह मजीठिया, उन्होंने लैणा सिंह मजीठिया का भरा होने करके लाहौर दे विच जज दे उपाधि नाल नवाजिया गया अते जज बना दिता गया। लेकिन जदों ब्रिटिश हुकूमत दे नाल बरखिलाफत करन वास्ते अते सिख राज की वापसी की एक लहर चलाउण वास्ते रणजोत सिंह नूं अंग्रेज़ हुकूमत ने गिरफ्तार कर लिया अते उन्हां दी सारी जागीरां जब्त कर लईआं और रणजोत सिंह ते उन्हां दा परिवार पैसे वास्ते मुहताज हो गया। उस समय भी लैणा सिंह मजीठिया ने अंग्रेज़ हुकूमत के खिलाफ आवाज़ चुकते हुए अपनी जागीर चों 2500 रुपए यानी 2500 रुपए की जागीर हर साल रणजोत सिंह नूं देनी शुरू कर दी। लैणा सिंह मजीठिया अंग्रेज़ हुकूमत के तौर तरीक़िਆਂ के खिलाफ आवाज़ चुकते हुए अते अपने आप नूं अंग्रेज़ हुकूमत के हिसाब नाल काम करन दे लई अनफिट मनते हुए सन 1848 दे विच फिर एक बारी वापस बनारस वाले अपने घर चले गए अते उत्थे पाठ पूजा, नाम सिमरन अते रब दी सेवा, रब दी इबादत दे विच सारा समय व्यतीत करन लगे। 1848 दे विच ही लैणा सिंह मजीठिया जी दे घर एक बेटे का जन्म होया, जिसका नाम दयाल सिंह रखा गया, जो अगे चल के दयाल सिंह मजीठिया के नाम नाल जाने गए। आखिर 1854 दे विच सरदार लैणा सिंह मजीठिया अकाल चलाना कर गए बनारस दे विच ही अते पिछे अपने एक 6 साला पुत्र नूं, एक विधवा वोटी नूं ते एक भरा जिन्हां दी उम्र उस समय 34 साल सी, रणजोत सिंह जो अमृतसर विच रहा करते सी, उन्हां नूं छड्ड गए। दयाल सिंह मजीठिया भी अगे चल के सिख कौम के एक हीरे के तौर पर, एक शख्सियत के तौर पर सामने आए। उन्हां दा इतिहास, उन्हां दा संखेप जीवनी असी फिर किसी एपीसोड दे विच तुहाडे अगे लैके आवांगे। पर इन्नी गल तुहानूं दस दईए कि जिहड़ा लाहौर दे विच, दिल्ली दे विच ते करनाल दे विच दयाल सिंह कॉलेज चल रहा है, यह उन्हां दा ही बनाया होया कॉलेज है और बच्चे बच्चियां नूं, सिखां नूं पढ़ाई दे नाल तारुफ करवाउण वास्ते यह कॉलेज उन्होंने शुरू किया सी, जो कि अपने समय दे विच एक बहुत वड्डी सन 1894 की एजुकेशनल रिफॉर्म अज भी मनी जाती है। अते लोगों दीयां गल्लां सरकार तक पहुँचाउण वास्ते दयाल सिंह मजीठिया ने, जो कि लैणा सिंह मजीठिया जी के इकलौते पुत्र सी, दयाल सिंह मजीठिया ने द ट्रिब्यून नाम का अखबार भी चलाया, जिस दे जरिए वो आम लोगों की, आम सिखां की आवाज़
ਅੰਗਰੇਜ਼ੀ ਹਕੂਮਤ ਤੱਕ ਪਹੁੰਚਾਇਆ ਕਰਦੇ ਸਨ ਅਤੇ ਦ ਟ੍ਰਿਬਿਊਨ ਅਖਬਾਰ ਨੇ ਆਜ਼ਾਦੀ ਦੀ ਲੜਾਈ ਵਿੱਚ ਵੀ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਔਰ ਇਹ ਸਭ ਦਿਆਲ ਸਿੰਘ ਮਜੀਠੀਆ ਲਹਿਣਾ ਸਿੰਘ ਮਜੀਠੀਆ ਤੋਂ ਮਿਲੀ ਨਸੀਹਤਾਂ ਅਤੇ ਖੂਨ ਦੇ ਵਿੱਚ ਮਿਲੇ ਸੰਸਕਾਰਾਂ ਕਰਕੇ ਹੀ ਕਰ ਸਕੇ ਸੀ। ਅੱਜ ਦੇ ਐਪੀਸੋਡ ਦੇ ਵਿੱਚ ਦੋਸਤੋ ਬਸ ਇੰਨਾ ਹੀ। ਅੱਗੇ ਹੋਰ ਕਿਸੇ ਨਾ ਕਿਸੇ ਸਿੱਖ ਕੌਮ ਦੇ ਹੀਰੇ ਦਾ ਸੰਖੇਪ ਇਤਿਹਾਸ ਲੈ ਕੇ ਤੁਹਾਡੇ ਸਾਰਿਆਂ ਦੇ ਵਿੱਚ ਆਉਂਦੇ ਰਹਾਂਗੇ। ਉੱਥੋਂ ਤੱਕ ਮੈਨੂੰ ਮੰਕਨਦੀਪ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਜਗਤ ਨਾਲ ਜੁੜੇ ਹਰ ਪੰਥਕ ਮਸਲੇ ਨਾਲ ਅਪਡੇਟ ਰਹਿਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਸਿੱਖ ਮਸਲੇ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਸਕੇ।